Good morning, my dear student. Student, as you know that we are studying about your chapter like India from 600 BC to 400 BC. ਸੋ ਆਪਾਂ ਬੇਟਾ ਜੈਨਿਜ਼ਮ ਬਾਰੇ ਲਾਸਟ ਲੈਕਚਰ ਦੇ ਵਿੱਚ ਸਟੱਡੀ ਕੀਤਾ ਸੀਗਾ ਐਂਡ ਨਾਓ ਅਸੀਂ ਬੁੱਧਿਜ਼ਮ ਬਾਰੇ ਸਟੱਡੀ ਕਰਾਂਗੇ। ਓਕੇ, ਬੇਟਾ ਕਹਿੰਦੇ ਆ ਬੁੱਧਿਜ਼ਮ ਕੀ ਆ। फस्ट ऑफ ऑल बुद्धिज्म ਹੁੰਦਾ ਬੁੱਧ ਧਰਮ। ਓਕੇ, ਫਸਟ ਆਫ ਆਲ ਦੀ 6th ਸੈਂਚਰੀ ਮਤਲਬ 600 BC ਦੀ ਗੱਲ ਕਰਦਾ ਬੇਟਾ। ਸੋ ਦੀ ਇਮਰਜੈਂਸ ਆਫ ਸਮ ਆਫ ਮੋਸਟ ਇੰਪੋਰਟੈਂਟ ਰਿਲੀਜੀਅਸ ਮੂਵਮੈਂਟ। ਠੀਕ ਆ, ਇਮਰਜੈਂਸ ਹੁੰਦਾ ਪੈਦਾ ਹੋਣਾ। 600 BC ਦੇ ਵਿੱਚ ਬਹੁਤ ਜ਼ਿਆਦਾ ਨਵੀਆਂ ਜਿਹੜੀਆਂ ਇੰਪੋਰਟੈਂਟ ਜਿਹੜੀਆਂ ਧਾਰਮਿਕ ਮੂਵਮੈਂਟ ਸਟਾਰਟ ਹੋਈਆਂ ਬੇਟਾ, ਉਹਨਾਂ ਨੇ ਜਨਮ ਲਿਆ। ਓਕੇ, ਦੀ ਗ੍ਰੇਟੈਸਟ ਰਿਲੀਜੀਅਸ ਥਿੰਕਰ ਕਨਫਿਊਸਿਸ ਪ੍ਰੀਚਡ ਐਂਡ ਚਾਈਨਾ ਐਟ ਦਿਸ ਟਾਈਮ। ਕਨਫਿਊਸਿਸ ਹੁੰਦੇ ਆ ਸਟੂਡੈਂਟ, ਜਿਹੜੇ ਕਨਫਿਊਸਿਸ ਸੀਗੇ ਜਿਵੇਂ ਬੁੱਧਿਜ਼ਮ ਆ ਹੈ ਨਾ, ਉਹ ਕਨਫਿਊਸਿਸ ਸੀਗੇ ਨਾ, ਉਹ ਚਾਈਨਾ ਦੇ ਵਿੱਚ ਉਹਨਾਂ ਨੇ ਆਪਣਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਸੀ ਐਟ ਏ ਟਾਈਮ, ਮਤਲਬ ਇਸੇ ਸਮੇਂ 600 BC ਦੇ ਵਿੱਚ। ਐਂਡ ਇੰਡੀਆ, ਜੇ ਅਸੀਂ ਇੰਡੀਆ ਦੀ ਗੱਲ ਕਰਦੇ ਹਾਂ, ਟੂ ਗ੍ਰੇਟ ਰਿਲੀਜਨ ਬੁੱਧਿਜ਼ਮ ਐਂਡ ਜੈਨਿਜ਼ਮ। ਆਪਣੇ ਕੋਲ ਕੀ ਸੀਗੇ 600 BC ਦੇ ਵਿੱਚ ਬੁੱਧਿਜ਼ਮ ਐਂਡ ਜੈਨਿਜ਼ਮ ਵਰ ਫਾਊਂਡਡ ਐਟ ਦਿਸ ਟਾਈਮ। ਇਸ ਸਮੇਂ ਇੰਡੀਆ ਦੇ ਵਿੱਚ ਕੀ ਸੀਗੇ ਬੁੱਧਿਜ਼ਮ ਅਤੇ ਜੈਨਿਜ਼ਮ ਸੀਗੇ। ਉਹ ਦੂਸਰੀ ਸਾਈਡ ਚਾਈਨਾ ਦੇ ਵਿੱਚ ਸੀਗੇ ਕਨਫਿਊਸਿਸ। ਓਕੇ, ਅਮੰਗੈਸਟ ਦੀ ਬੁੱਧਿਜ਼ਮ ਬਿਕੋਜ਼ ਦੀ ਮੋਸਟ ਪਾਪੂਲਰ ਰਿਲੀਜਨ ਐਂਡ ਸਪਰੈਡ ਆਲ ਓਵਰ ਦੀ ਵਰਲਡ। ਜਿਹੜਾ ਬੁੱਧਿਜ਼ਮ ਸੀਗਾ ਉਸ ਸਮੇਂ ਇਹਨਾਂ ਵਿੱਚੋਂ ਅਮੰਗੈਸਟ ਹੁੰਦਾ ਜਿਹੜੇ ਦਿੱਤੇ ਗਏ ਆ ਉਹਨਾਂ ਵਿੱਚੋਂ ਹੈ ਨਾ, ਬਹੁਤ ਜ਼ਿਆਦਾ ਪਾਪੂਲਰ ਸੀਗਾ ਆਲ ਓਵਰ ਦੀ ਵਰਲਡ, ਸਾਰੇ ਵਰਲਡ ਵਿੱਚ, ਨਾਟ ਓਨਲੀ ਇੰਡੀਆ। ਦੀ ਫਾਊਂਡਰ ਆਫ ਬੁੱਧਿਜ਼ਮ ਵਾਜ਼ ਗੌਤਮ ਬੁੱਧ। ਫਾਊਂਡਰ ਕੌਣ ਆ ਬੇਟਾ? ਗੌਤਮ ਬੁੱਧ ਹੈਗਾ, ਜਿਹਦਾ ਰੀਅਲ ਨਾਮ ਕੀ ਸੀ? ਸਿਧਾਰਥ। ਓਕੇ, ਹੀ ਇਜ਼ ਪਾਪੂਲਰ ਐਜ਼ ਬੁੱਧ। ਉਹ ਬੁੱਧ ਦੇ ਨਾਮ ਨਾਲ ਪਾਪੂਲਰ ਹੋਇਆ ਬੇਟਾ। ਦੈਟ ਬਿਕਮ ਇਜ਼ ਟਾਈਟਲ ਆਫਟਰ ਇਨਲਾਈਟਮੈਂਟ। ਉਹਨੂੰ ਜਦੋਂ ਗਿਆਨ ਦੀ ਪ੍ਰਾਪਤੀ, ਇਨਲਾਈਟਮੈਂਟ ਹੁੰਦਾ ਗਿਆਨ ਦੀ ਪ੍ਰਾਪਤੀ ਹੋਣਾ। ਠੀਕ ਆ, ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੂੰ ਬੇਈ ਨਦੀ ਦੇ ਕੰਢੇ ਗਿਆਨ ਦੀ ਪ੍ਰਾਪਤੀ ਹੋਈ ਸੀਗੀ, ਉਸ ਤਰ੍ਹਾਂ ਇਨਲਾਈਟਮੈਂਟ ਤੋਂ ਬਾਅਦ ਇਹਦਾ ਨਾਂ ਕੀ ਸੀ? ਬੁੱਧ ਰੱਖਿਆ ਗਿਆ। ਬੁੱਧ ਮੀਨਸ ਇਨਲਾਈਟਡ ਪਰਸਨ। ਇਨਲਾਈਟਡ ਮਤਲਬ ਗਿਆਨਵਾਨ ਮਨੁੱਖ। ਠੀਕ ਆ, ਗਿਆਨਵਾਨ ਪੁਰਸ਼। ਬੁੱਧ ਦਾ ਮਤਲਬ ਹੁੰਦਾ ਗਿਆਨਵਾਨ ਪੁਰਸ਼। ਆ ਸਟੈਚੂ ਆ ਬੇਟਾ ਗੌਤਮ ਬੁੱਧ ਦਾ, ਹੈ ਨਾ। ਨੈਕਸਟ ਕੀ ਆ? ਸਿਧਾਰਥ ਵਾਜ਼ ਬੋਰਨ ਇਨ ਰਾਇਲ ਸਿੱਖ ਫੈਮਿਲੀ। ਕਿਹੜੀ ਫੈਮਿਲੀ 'ਚ ਬੇਟਾ ਜਨਮ ਹੋਇਆ ਇਹਦਾ? ਰਾਇਲ ਫੈਮਿਲੀ ਦਾ ਮਤਲਬ ਹੁੰਦਾ ਬਹੁਤ ਜ਼ਿਆਦਾ ਉੱਚੇ ਖਾਨਦਾਨ ਦੇ ਵਿੱਚ ਜਨਮ ਹੋਇਆ। ਸ਼ੱਕ ਰਾਜਵੰਸ਼ ਸੀਗਾ ਬੇਟਾ। ਸ਼ੱਕ ਜਿਵੇਂ ਆਪਣੇ ਗੋਤ ਹੁੰਦੇ ਆ ਨਾ, ਸਰਨੇਮ ਹੁੰਦੇ ਆ, ਇਸ ਤਰ੍ਹਾਂ ਸ਼ੱਕ ਸੀਗਾ ਇਹਨਾਂ ਦਾ ਰਾਜਵੰਸ਼। ਲਵੁਨੀ ਦੇ ਵਿੱਚ ਹੋਇਆ, ਜਿਹੜੀ ਕਿ ਨੇਪਾਲ ਦੇ ਕੋਲ ਆ, ਨੇਪਾਲ ਦੇ ਤਰਾਈ ਦੇ ਕੋਲ ਆ। ਠੀਕ ਆ, ਨੇਪਾਲ ਦੇ ਵਿੱਚ ਲਵੁਨੀ ਨਾਂ ਦੀ ਜਗ੍ਹਾ ਦੇ ਵਿੱਚ ਇਹਦਾ ਜਨਮ ਹੁੰਦਾ ਹੈਗਾ। ਹਿਜ਼ ਫਾਦਰ ਸ਼ਸ਼ੋਧਨ ਉਹਨਾਂ ਦੇ ਪਿਤਾ ਦਾ ਨਾਂ। ਹੈਡ ਹਿਜ਼ ਕੈਪੀਟਲ ਕਪਿਲਵਸਤੂ। ਉਹਦੇ ਪਿਤਾ ਦੀ ਜਿਹੜਾ ਫਾਦਰ ਸੀਗਾ ਸ਼ਸ਼ੋਧਨ ਸੀਗਾ, ਉਹਦੀ ਕੈਪੀਟਲ ਕੀ ਸੀ ਉਦੋਂ ਦੀ? ਕਪਿਲਵਸਤੂ ਸੀ। ਦੀ ਬੁੱਧਿਜ਼ਮ ਦੀ ਮਦਰ ਦੀ ਗੱਲ ਕਰਦੇ ਹਾਂ, ਮਦਰ ਦਾ ਨੇਮ ਸੀ ਬੇਟਾ ਮਹਾਮਾਇਆ, ਜਿਹਨੂੰ ਮਾਇਆ ਦੇਵੀ ਵੀ ਕਹਿੰਦੇ ਆ। ਠੀਕ ਆ, ਮਾਇਆ ਦੇਵੀ ਜਾਂ ਮਹਾਮਾਇਆ ਲਿਖ ਸਕਦੇ ਹੋ ਤੁਸੀਂ। ਡਾਇਡ ਸੂਨ ਆਫਟਰ ਹਿਜ਼ ਬਰਥ। ਬੇਟਾ ਜਦੋਂ ਉਹਦਾ ਬਰਥ ਹੋਇਆ ਨਾ ਬੁੱਧ ਦਾ, ਜਿਵੇਂ ਆਪਾਂ ਕਹਿ ਦਈਏ ਲਿਟਲ ਨੇਮ ਦੇ ਨਾਲ ਅਸੀਂ ਗੱਲ ਕਰਦੇ ਹਾਂ, ਜੇ ਬੁੱਧ ਨੇਮ ਨਹੀਂ ਸੀ ਮਿਲਿਆ ਜਿੰਨਾ ਟਾਈਮ ਉਸ ਨੂੰ, ਜੇ ਉਹਨਾਂ ਬਰਥ ਹੋਇਆ ਸੀਗਾ ਜਦੋਂ ਰਾਹੁਲ ਦਾ ਸੌਰੀ ਗੌਤਮ ਬੁੱਧ ਦਾ ਜਦੋਂ ਬਰਥ ਹੋਇਆ, ਜਿਹਦਾ ਨਾਮ ਸਿਧਾਰਥ ਸੀਗਾ, ਹੈ ਨਾ, ਜਿਹੜੀ ਉਹਦੀ ਮਾਤਾ ਦੀ ਡੈਥ ਹੋ ਗਈ ਸੀ। ਬੁੱਧ ਗ੍ਰਿਓ ਅਪ ਦੀ ਐਮਿਡਿਸਟ ਲਗਜ਼ਰੀਜ਼ ਆਫ ਪ੍ਰਿੰਸਸ ਐਂਡ ਵਾਜ਼ ਮੈਰਿਡ ਏ ਬਿਊਟੀਫੁਲ ਪ੍ਰਿੰਸਸ ਨੇਮਡ ਯਸ਼ੋਧਰਾ। ਠੀਕ ਹੈ, ਜਿਹੜਾ ਬੁੱਧ ਸੀਗਾ ਬੇਟਾ ਗੌਤਮ ਬੁੱਧ, ਜਿਹੜਾ ਆਪਾਂ ਕਿਉਂਕਿ ਉੱਚੀ ਫੈਮਿਲੀ ਦੇ ਘਰ ਉਹਦਾ ਬਰਥ ਹੋਇਆ ਸੀਗਾ, ਬਹੁਤ ਹੀ ਲਗਜ਼ਰੀ ਲਾਈਫ ਸਪੈਂਡ ਕਰਦਾ ਸੀ। ਉਹਦੀ ਮੈਰਿਜ ਹੋਈ ਬੇਟਾ, ਉਹਦੀ ਜਿਹੜੀ ਬਹੁਤ ਸੋਹਣੀ ਜਿਹੜੀ ਰਾਣੀ ਸੀਗੀ ਨਾ, ਸੁੰਦਰ ਸੀਗੀ ਰਾਣੀ, ਉਹਦਾ ਨਾਂ ਯਸ਼ੋਧਰਾ ਸੀਗਾ। ਦੇ ਹੈਡ ਸਨ ਕਾਲਡ ਰਾਹੁਲ। ਉਹਦੇ ਇੱਕ ਅੱਗੇ ਪੁੱਤਰ ਹੁੰਦਾ ਬੇਟਾ, ਪੁੱਤਰ ਦਾ ਨਾਂ ਕੀ ਆ? ਰਾਹੁਲ ਆ। ਗੌਤਮ ਆਲਵੇਜ਼ ਵੈਰੀ ਸੈਂਸਿਟਿਵ ਐਂਡ ਮੈਡੀਟੇਟਿਵ ਪਰਸਨ। ਕੀ ਸੀ ਬੇਟਾ ਉਹ? ਮੈਡੀਟੇਟਿਵ ਐਂਡ ਸੈਂਸਿਟਿਵ ਪਰਸਨ। ਸੈਂਸਿਟਿਵ ਆਪਾਂ ਕਹਿ ਸਕਦੇ ਹਾਂ, ਮੈਡੀਟੇਟਿਵ ਦਾ ਹੁੰਦਾ ਚੁੱਪ ਰਹਿਣ ਵਾਲਾ, ਸੈਂਸਿਟਿਵ ਹੁੰਦਾ ਭਾਵਿਕ ਜਿਹਾ ਪਰਸਨ ਸੀਗਾ, ਚੁੱਪ ਰਹਿੰਦਾ ਸੀ ਅਤੇ ਭਾਵਿਕ ਸੀ।
ਇੱਕ ਵਾਰ ਬੇਟਾ ਉਹਨੇ ਕੀ ਕੀਤਾ, once he saw the four scene like sick man, an old man, dead body and a son, ਤਾਂ ਉਹਨੇ 4 ਸੀਨ ਦੇਖੇ। ਇੱਕ ਤਾਂ ਬਿਮਾਰ ਆਦਮੀ ਦੇਖਿਆ, ਓਲਡ ਮੈਨ ਬੁੱਢਾ ਮਨੁੱਖ ਦੇਖਿਆ ਕੋਈ ਵੀ ਹੈ ਨਾ, ਇੱਕ ਡੈੱਡ ਬੋਡੀ ਦੇਖੀ, ਇਸ ਤੋਂ ਬਾਅਦ ਉਹਨੇ ਕੀ ਇੱਕ ਸੰਤ ਦੇਖਿਆ। ਹੀ ਫੀਲਡ ਵੈਰੀ ਸੈਡ, ਉਹਦਾ ਮਨ ਬਹੁਤ ਉਦਾਸ ਹੋ ਗਿਆ। ਐਟ ਸੋ ਮੱਚ ਆਫ ਮਿਜ਼ਰੀ ਆਫ ਦੀ ਵਰਲਡ, ਉਹਨੂੰ ਪਤਾ ਲੱਗ ਗਿਆ ਕਿ ਜਿਹੜਾ ਸੰਸਾਰ ਆ ਦੁੱਖਾਂ ਦਾ ਘਰ ਹੈ। ਹੀ ਲੈਫਟ ਦੀ ਹੋਮ ਐਂਡ ਦੀ ਸਰਚ ਆਫ ਦੀ ਟਰੂ ਹੈਪੀਨੈਸ, ਉਹ ਸੱਚੀ ਖੁਸ਼ੀ ਦੀ ਤਲਾਸ਼ ਵਿੱਚ ਉਹਨੇ ਬੇਟਾ 29 ਈਅਰ ਦੀ ਏਜ ਵਿੱਚ ਸੀਗਾ, ਘਰ ਤਿਆਗਤਾ ਸੀਗਾ। ਆਫਟਰ ਵੈਂਡਰਿੰਗ ਫਰੋਮ ਪਲੇਸ ਟੂ ਪਲੇਸ, ਵੈਂਡਰਿੰਗ ਹੁੰਦਾ ਘੁੰਮਣਾ ਬੇਟਾ, ਇੱਧਰ ਉੱਧਰ ਭੜਕਣਾ ਹੈ ਨਾ, ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਭਟਕਣ ਤੋਂ ਬਾਅਦ ਹੀ ਗੋਇੰਗ ਥਰੂ ਆਊਟ ਦੀ ਅਸਟੈਰਿਟੀਜ਼ ਐਟ ਦੀ ਮੈਡੀਟੇਸ਼ਨ ਆਫ ਗੌਤਮ ਵਾਜ਼ ਇਨਲਾਈਟਮੈਂਟ ਹੈ ਦੀ ਬੋਧ ਗਿਆ। ਬੋਧ ਐਂਡ ਦੇ ਵਿੱਚ ਬੇਟਾ ਉਹਨੂੰ ਜਿਹੜਾ ਗੌਤਮ ਬੁੱਧ ਨੂੰ ਉਹਨੇ ਬੋਧ ਗਿਆ ਨਾਂ ਦੇ ਸਥਾਨ 'ਤੇ ਸੀਗਾ, ਪਿੱਪਲ ਦਾ ਟਰੀ ਹੋਇਆ ਸੀ, ਪਿੱਪਲ ਟਰੀ ਲੱਗਾ ਹੋਇਆ ਸੀ, ਉਹਦੇ ਹੇਠਾਂ ਉਹਨਾਂ ਨੇ ਕੀ ਤਪੱਸਿਆ ਕੀਤੀ ਸੀ, ਉੱਥੇ ਨੂੰ ਇਨਲਾਈਟਮੈਂਟ ਹੋਈ ਸੀ, ਗਿਆਨ ਦੀ ਪ੍ਰਾਪਤੀ ਹੋਈ। ਬਿਹਾਰ ਦੇ ਵਿੱਚ ਬੋਧ ਗਿਆ ਨਾਂ ਦੇ ਸਥਾਨ 'ਤੇ ਪਿੱਪਲ ਟਰੀ ਦੇ ਅੰਡਰ ਹੀ ਨਾਓ ਬਿਕਮ ਦੀ ਬੁੱਧ, ਹੁਣ ਉਸ ਨੂੰ ਬੁੱਧ ਦੇ ਨਾਂ ਨਾਲ ਜਾਣਿਆ ਲੱਗਾ, ਬੁੱਧ ਦੇ ਨਾਂ ਨਾਲ ਜਾਣ ਲੱਗਾ। ਬੁੱਧਾ ਗੇਵ ਹਿਜ਼ ਫਸਟ ਸਰਮਨ ਟੂ 5 monks ਐਟ ਦੀ ਸਾਰਨਾਥ ਨੀਅਰ ਦੀ ਵਾਰਾਣਸੀ। ਫਸਟ ਸਰਮਨ ਹੁੰਦਾ ਬੇਟਾ ਉਪਦੇਸ਼ ਦੇਣਾ, ਆਪਣਾ ਪਹਿਲਾ ਉਪਦੇਸ਼ ਉਹਨੇ ਕਿਹਨੂੰ ਦਿੱਤਾ ਸੀ? 5 monks ਹੁੰਦੇ ਭਿਕਸ਼ੂ ਹੈ ਨਾ, ਭਿਖਾਰੀ ਕਹਿ ਸਕਦੇ ਹਾਂ। ਸਾਰਨਾਥ ਦੇ ਕੋਲ ਸਭ ਤੋਂ ਪਹਿਲਾਂ ਸਾਰਨਾਥ ਦੇ ਵਿੱਚ ਵਾਰਾਣਸੀ ਦੇ ਕੋਲ ਸਾਰਨਾਥ ਦੇ ਵਿੱਚ ਉਹਨੇ 5 ਭਿਕਸ਼ੂਆਂ ਨੂੰ ਕੀ ਸੀ ਫਸਟ ਆਪਣਾ ਮਤਲਬ ਉਹ ਦਿੱਤਾ, ਕੀ ਕਹਿੰਦੇ ਹੁੰਦੇ ਉਹਨੂੰ ਬੇਟਾ, ਉਪਦੇਸ਼ ਦਿੱਤਾ। ਹੀ ਸਪੈਂਟ ਰੈਸਟ ਆਫ ਹਿਜ਼ ਲਾਈਫ ਪ੍ਰੀਚਿੰਗ ਪੀਪਲ ਅਬਾਊਟ ਹਿਜ਼ ਰਿਲੀਜਨ, ਸੋ ਜਿਹੜੀ ਉਹਦੀ ਦੂਸਰੀ ਜ਼ਿੰਦਗੀ ਜਿਹੜੀ ਇਸ ਵੇਲੇ ਬਚ ਗਈ ਸੀ ਬੇਟਾ, ਉਹਨੇ ਕੀ ਕੀਤਾ? ਪ੍ਰੀਚਿੰਗ ਮਤਲਬ ਧਰਮ ਪ੍ਰਚਾਰ ਕੀਤਾ, ਆਪਣੇ ਰਿਲੀਜਨ ਦਾ ਮਤਲਬ ਮਨੁੱਖ ਨੂੰ ਸਹੀ ਰਸਤੇ 'ਤੇ ਲਿਆਉਣ ਦੀ ਕੋਸ਼ਿਸ਼ ਕੀਤੀ। ਹੀਜ਼ ਟੀਚਿੰਗ ਵਿੱਚ ਬਿਕਮ ਦੀ ਬੇਸਿਕ ਪ੍ਰਿੰਸੀਪਲ ਆਫ ਬੁੱਧਿਜ਼ਮ, ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੀਆਂ ਬੇਟਾ ਸਿੱਖਿਆਵਾਂ ਹੈਗੀਆਂ, ਉਸ ਤਰ੍ਹਾਂ ਹੀ ਬੁੱਧਿਜ਼ਮ ਦੀਆਂ ਵੀ ਕੁਛ ਟੀਚਿੰਗ ਹੈਗੀਆਂ ਹੈ ਨਾ। ਬਟ ਵੈਰੀ ਮੀਨਿੰਗਫੁਲ, ਹੀ ਟੌਟ 4 noble truth। 4 noble truth ਦਾ ਮਤਲਬ ਹੁੰਦਾ ਸਟੂਡੈਂਟ ਸੱਚੇ, ਠੀਕ ਆ, 4 ਮਹਾਨ ਸੱਚਾਈਆਂ ਜਿਹਨੂੰ ਬੋਲਦੇ ਆ। ਇਸ ਨੂੰ ਕੁਐਸਚਨਸ ਵੀ ਆ ਸਕਦਾ ਸ਼ਾਰਟ ਦੇ ਵਿੱਚ। 4 noble truth ਕਿਹੜੇ ਆ ਬੁੱਧਿਜ਼ਮ ਦੇ, ਉਹ ਅਸੀਂ ਸਟੱਡੀ ਕਰਾਂਗੇ। ਉਹ ਕੀ ਕਹਿੰਦਾ? ਦੀ ਵਰਲਡ ਇਜ਼ ਫੁੱਲ ਆਫ ਸੋਰੋ, ਜਿਹੜਾ ਸੰਸਾਰ ਆ ਕੀ ਉਹ ਕਹਿੰਦਾ ਦੁੱਖਾਂ ਦਾ ਘਰ ਹੈਗਾ। ਹੀ ਕਾਜ਼ ਆਫ ਸੋਰੋ ਇਜ਼ ਡਿਜ਼ਾਇਰ, ਜੇ ਸੋਰੋ ਦੇ ਜਿਹੜੇ ਦੁੱਖ ਆ, ਆਪਣੇ ਦੁੱਖਾਂ ਦਾ ਕਾਰਨ ਕੀ ਹੈ ਬੇਟਾ? ਡਿਜ਼ਾਇਰ, ਇੱਛਾ, ਅਸੀਂ ਵੱਧ ਤੋਂ ਵੱਧ ਚਾਹੁੰਦੇ ਹਾਂ। ਵੀ ਕੈਨ ਕਨਕੁਏਅਰ ਸੋਰੋ ਬਾਈ ਕਨਕੁਏਰਿੰਗ ਡਿਜ਼ਾਇਰ, ਅਸੀਂ ਸੋਰੋ ਦੇ ਉੱਪਰ ਆਪਣੇ ਦੁੱਖਾਂ ਉੱਪਰ ਜਿੱਤ ਪ੍ਰਾਪਤ ਕਰ ਸਕਦੇ ਹਾਂ ਜੇ ਅਸੀਂ ਆਪਣੀਆਂ ਜਿਹੜੀਆਂ ਇੱਛਾਵਾਂ ਨੂੰ ਖਤਮ ਕਰ ਦਈਏ, ਠੀਕ ਆ। ਬਾਈ ਦੀ ਫੋਲੋਇੰਗ ਦੀ 8 fold ਪਾਥ, ਇਸ ਤੋਂ ਇਲਾਵਾ ਬੇਟਾ ਉਹਨੇ 8 fold ਮਤਲਬ 8 ਸੱਚੇ ਰਸਤੇ ਆਪਾਂ ਕਹਿ ਸਕਦੇ ਹਾਂ, ਜਿਹਨੂੰ ਅਸ਼ਟ ਮਾਰਗ ਬੋਲਿਆ ਜਾਂਦਾ ਹੈ ਨਾ, ਦਿੱਤੇ ਹੈਗੇ ਆ। ਕੈਨ ਦੀ ਕਨਕੁਏਅਰ ਆਫ ਡਿਜ਼ਾਇਰ ਤੇ ਮਤਲਬ ਇੱਛਾਵਾਂ ਤੇ ਮਤਲਬ ਜਿੱਤ ਪ੍ਰਾਪਤ ਕਰਨ ਲਈ ਉਸਨੇ 8 fold ਪਾਥ ਦੱਸੇ ਹੈਗੇ, 8 ਰਸਤੇ ਆਪਾਂ ਨੂੰ। ਦੀ 8 fold ਪਾਥ ਜਿਹਨੂੰ ਕੀ ਕਹਿੰਦੇ ਬੇਟਾ? 8 ਰਸਤੇ ਜਿਨ੍ਹਾਂ 'ਤੇ ਆਪਾਂ ਚੱਲਣਾ ਹੈਗਾ, ਠੀਕ ਆ, ਜਿੱਥੇ ਕਿ ਆਪਾਂ ਸੱਚਾਈ ਆਪਣੀ ਹੈਪੀਨੈਸ ਲਿਆ ਸਕਦੇ ਹਾਂ, ਆਪਣੇ ਮਨ ਨੂੰ ਕੀ ਸ਼ਾਂਤ ਕਰ ਸਕਦੇ ਹੈਗੇ ਆ, ਜਿਹਨੂੰ ਕੀ ਬੋਲਦੇ ਆ ਬੇਟਾ? ਅਸ਼ਟ ਮਾਰਗ, ਠੀਕ ਆ ਪੰਜਾਬੀ ਦੇ ਵਿੱਚ। ਫਸਟ ਆਫ ਰਾਈਟ ਬਿਲੀਫ, ਰਾਈਟ ਥਾਟ ਹੁੰਦਾ ਮਤਲਬ ਸੋਚਣਾ, ਵਿਚਾਰ, ਰਾਈਟ ਸਪੀਚ ਹੋ ਗਈ, ਰਾਈਟ ਐਕਸ਼ਨ, ਰਾਈਟ ਮੀਨਸ ਆਫ ਲਾਈਵਲੀਹੁੱਡ, ਰਾਈਟ ਇਫਰਟ, ਰਾਈਟ ਰੀਕਲੈਕਸ਼ਨ, ਰਾਈਟ ਮੈਡੀਟੇਸ਼ਨ ਸਟੂਡੈਂਟ ਹੁੰਦੀ ਆ ਭਗਤੀ ਹੈ ਨਾ, ਉਹ ਸੱਚੀ ਹੋਣੀ ਚਾਹੀਦੀ ਹੈ। ਰੀਕਲੈਕਸ਼ਨ ਮਤਲਬ ਜਿਹੜੇ ਜੋ ਵੀ ਅਸੀਂ ਇਕੱਠੀਆਂ ਕਰ ਰਹੇ ਹਾਂ ਚੀਜ਼ ਵਸਤੂਆਂ, ਅਸੀਂ ਕਹਿੰਦੇ ਆਹ ਵੀ ਲੈ ਲਗੇ ਚੀਜ਼, ਉਹ ਸੱਚਾਈ ਹੋਣੀ ਚਾਹੀਦੀ ਉਹਦੇ ਵਿੱਚ। ਇਫੋਰਟ, ਸਾਨੂੰ ਸੱਚੇ ਯਤਨ ਕਰਨੇ ਚਾਹੀਦੇ ਆ ਹੈ ਨਾ, ਸਾਨੂੰ ਆਪਣੀ ਜ਼ਿੰਦਗੀ ਜਿਉਣ ਦੇ ਸਾਧਨ ਨੂੰ ਸੱਚੇ ਢੰਗ ਨਾਲ ਜਿਉਣਾ ਚਾਹੀਦਾ। 8 fold ਪਾਥ ਆ ਬੇਟਾ, ਇਹਨੂੰ ਧਿਆਨ ਨਾਲ ਯਾਦ ਕਰਨਾ ਹੈਗਾ। ਬਾਈ ਦੀ ਫੋਲੋਇੰਗ ਦੀਜ਼ ਦੀ ਵਰਚੂ ਵਨ ਕੈਨ ਗੈਟ ਰਿਡ ਫਰੋਮ ਦੀ, ਗੈਟ ਰਿਡ ਹੁੰਦਾ ਛੁਟਕਾਰਾ ਪਾਉਣਾ, ਮਿਜ਼ਰੀਜ਼ ਮਤਲਬ ਅਸੀਂ ਦੁੱਖਾਂ ਤੋਂ ਬੜਾ ਛੁਟਕਾਰਾ ਪਾ ਸਕਦੇ ਹੈਗੇ ਆ, ਇੰਨਾ ਜੇ ਅਸ਼ਟ ਮਾਰਗ ਨੂੰ ਅਸੀਂ ਅਪਣਾ ਲੈਂਦੇ ਹੈਗੇ ਆ। ਅਤੇ ਅਟੇਨ ਦੀ ਨਿਰਵੈਣ ਨੂੰ ਅਟੇਨ ਕਰ ਸਕਦੇ ਹਾਂ, ਮਤਲਬ ਅਸੀਂ ਕੀ ਆ ਸਵਰਗ ਦੀ ਪ੍ਰਾਪਤੀ ਕਰ ਸਕਦੇ ਹਾਂ। ਇਟ ਮੀਨਸ ਬਾਈ ਦਿਸ ਕੈਨ ਬਿਕਮ ਦੀ ਫਰੀ ਫਰੋਮ ਦੀ ਸਾਈਕਲ ਆਫ ਬਰਥ, ਇਸ ਤਰ੍ਹਾਂ ਅਸੀਂ ਬੜਾ ਜਨਮ ਮਰਨ ਦੇ ਚੱਕਰ ਤੋਂ ਰਿਲੀਵ ਹੋ ਸਕਦੇ ਹਾਂ। ਨੈਕਸਟ ਕੀ ਆ? ਬੁੱਧਾ ਆਲਸੋ ਟੌਟ ਦੀ ਮਿਡਲ ਪਾਥ, ਬੁੱਧ ਨੇ ਬੇਟਾ ਕੀ ਕੀਤਾ? ਇੱਕ ਮਿਡਲ ਪਾਥ ਵੀ ਦਿੱਤਾ ਹੈਗਾ, ਪੜ੍ਹਦੇ ਹਾਂ ਕੀ ਆ ਉਹ। It means that one should not torture oneself by self austerities
ਅਸਟਰਟੀਜ਼ ਨੋਰ ਸ਼ੁੱਡ ਇੰਡਲਜ ਇਨ ਦੀ ਲਗਜ਼ਰੀਜ਼ ਆਫ ਲਾਈਫ। ਉਹ ਕੀ ਕਹਿੰਦਾ ਬੇਟਾ, ਦੇਖੋ ਟੌਰਚਰ ਨਹੀਂ ਕਰਨਾ। ਜੇ ਆਪਾਂ ਕਹਦੇ ਜ਼ਿਆਦਾ ਤਪੱਸਿਆ ਕਰਕੇ, ਜਾਂ ਆਪਾਂ ਕਹਿ ਦਿੰਦੇ ਸੀਗੇ, ਠੀਕ ਆ, ਜਿਵੇਂ ਗੁਰੂ ਨਾਨਕ ਦੇਵ ਜੀ ਨੇ ਵੀ ਇਹਨਾਂ ਚੀਜ਼ਾਂ ਦਾ ਖੰਡਨ ਕੀਤਾ ਸੀਗਾ, ਜਿਵੇਂ ਲੋਕ ਆਪਣੀ ਬੋਡੀ ਦੇ ਉੱਪਰ ਸੋਹਾ ਮਲਦੇ ਸੀ, ਜਾਂ ਉਸ ਤਰ੍ਹਾਂ ਦੀਆਂ ਹੋਰ ਜਿਹੜੀਆਂ ਚੀਜ਼ਾਂ ਸੀਗੀਆਂ। ਉਹ ਕਹਿੰਦਾ ਇਹਨਾਂ ਨਾਲ ਵੀ ਆਪਾਂ ਨੂੰ ਕੀ ਆ, ਗਿਆਨ ਮਤਲਬ ਯਾਨੀ ਕਿ ਸੱਚਾ ਰਸਤਾ ਗਿਆਨ ਦੀ ਪ੍ਰਾਪਤੀ ਨਹੀਂ ਹੋ ਸਕਦੀ। ਉਹ ਸਿੰਪਲ ਲਾਈਫ ਦੇ ਵਿੱਚ ਬਲੀਵ ਕਰਦੇ ਸੀਗੇ। ਮਤਲਬ ਉਹਨਾਂ ਦਾ ਕਹਿਣ ਦਾ ਕੀ ਭਾਵ ਸੀ, ਆਪਣੇ ਜਿਹੜੇ ਸਰੀਰ ਨੂੰ ਵੀ ਕਸ਼ਟ ਨਹੀਂ ਦੇਣਾ ਗਾ। ਹੀ ਫਾਊਂਡਡ ਦੀ ਬੁੱਧਿਸਟ ਸੰਘ। ਇਸ ਤੋਂ ਇਲਾਵਾ ਬੁੱਧਿਸਟ ਸੰਘ ਸਟੂਡੈਂਟ ਆਏ, ਬੁੱਧਿਸਟ ਸਮੈਗ ਮਤਲਬ ਬੋਧੀ ਸੰਘ ਬਣੇ ਹੈਗੇ ਆ। ਦੈਟ ਵਾਜ਼ ਸੁਪਰੀਮ ਬੋਡੀ ਆਫ ਮੌਂਕਸ, ਜਿਹਦੇ ਵਿੱਚ ਜਿਹੜੀ ਭਿਕਸ਼ੂਆਂ ਦੀ ਮਤਲਬ ਗਰੁੱਪ ਸੀਗਾ। ਆਲ ਆਫ ਮੌਂਕਸ। ਇਸ ਬੇਟਾ ਵੇਖੋ ਬੁੱਧ ਉਹਨਾਂ ਨੇ ਸੰਘ ਬਣਾ ਲਏ ਸੀਗੇ, ਉਹਨਾਂ ਦਾ ਇੱਕ ਗਰੁੱਪ ਬਣ ਗਿਆ ਸੀਗਾ, ਜਿਹਨੂੰ ਉਹ ਪਹਿਲਾਂ ਸੁਪਰੀਮ ਬੋਡੀ ਸੀਗੀ, ਜਿਹਦੇ ਵਿੱਚ ਭਿਕਸ਼ੂ ਜ਼ਿਆਦਾ ਹੁੰਦੇ ਸੀ। ਆਲ ਦੀ ਮੌਂਕਸ ਹੁੰਦੇ ਆ ਭਿਕਸ਼ੂ, ਤੁਹਾਨੂੰ ਆਲਰੇਡੀ ਦੱਸ ਚੁੱਕੇ ਹਾਂ, ਹੈ ਨਾ। ਅਤੇ ਨਨਸ ਜਿਹੜੀਆਂ ਭਿਕਸ਼ਣੀਆਂ ਮਤਲਬ ਉਹਨਾਂ ਦੀਆਂ ਪਤਨੀਆਂ ਆਪਾਂ ਕਹਿ ਸਕਦੇ ਹਾਂ। ਇਟ ਇਜ਼ ਆਰਡੀਨੇਟਡ ਮੈਂਬਰ, ਇੱਕ ਗਰੁੱਪ ਸੀਗਾ, ਸਾਰੇ ਮੈਂਬਰ ਹੁੰਦੇ ਸੀਗੇ, ਸਾਰੇ ਵਿੱਚ ਜਾਣੀ ਕਿ ਭਿਕਸ਼ੂ ਅਤੇ ਭਿਕਸ਼ਣੀਆਂ ਦੋਨੋਂ ਹੁੰਦੀਆਂ ਸੀ। ਦੋਜ਼ ਹੂ ਡਿਡ ਨਾਟ ਬਿਕਮ ਦੀ ਮੌਂਕਸ, ਜਿਹੜਾ ਭਿਕਸ਼ੂ ਬੇਟਾ ਨਹੀਂ ਬਣ ਸਕਦਾ ਸੀਗਾ, ਔਰ ਨਨਸ ਮਤਲਬ ਭਿਕਸ਼ੀ ਨਹੀਂ ਬਣ ਸਕਦੀ ਸੀ, ਉਹਨਾਂ ਦਾ ਵੱਖਰਾ ਗਰੁੱਪ ਬਣ ਜਾਂਦਾ ਸੀ। ਉਹਨਾਂ ਨੂੰ ਕੀ ਬੋਲਦੇ ਸੀ, ਲੇ ਡਿਸਿਪਲ। ਇਹਦਾ ਮਤਲਬ ਸਟੂਡੈਂਟ ਕੀ ਹੁੰਦਾ, ਉਹ ਕੀ ਕਰਦੇ ਸੀਗੇ, ਕੋਈ ਕੰਪਲਸ਼ਨ ਨਹੀਂ ਸੀਗੀ ਇੱਦਾਂ ਦੀ ਆਪਾਂ ਭਿਕਸ਼ੂ ਬਣਨਾ ਹੀ ਬਣਨਾ। ਉਹ ਇੱਕ ਉਪਾਸਕ ਦੇ ਰੂਪ ਵਿੱਚ ਕੰਮ ਕਰਦੇ ਸੀਗੇ, ਹੈ ਨਾ, ਮਤਲਬ ਉਹਨਾਂ ਦੇ ਨੀਚੇ। ਓਕੇ। ਬੁੱਧਿਜ਼ਮ ਟੌਟ ਏ ਨੋਵਲ ਥਿੰਗਸ ਆਫ ਇਨ ਲਾਈਫ ਲਾਈਕ ਨੋਟ ਕਿਲ ਐਨੀਬੋਡੀ। ਜਿਹੜੀ ਮੇਨ ਚੀਜ਼ ਸੀਗੀ ਨੋਵਲ ਟੌਟ ਮਤਲਬ ਜਿਹੜੀ ਸਿੱਖਿਆ ਆਪਾਂ ਨੂੰ ਦਿੱਤੀ ਹੈਗੀ ਬੇਟਾ, ਉਹ ਕਹਿੰਦੇ ਆ ਸਾਨੂੰ ਕਿਸੇ ਨੂੰ ਮਾਰਨਾ ਨਹੀਂ ਚਾਹੀਦਾ। ਨੋਟ ਲਾਈਜ਼, ਝੂਠ ਨਹੀਂ ਬੋਲਣਾ ਗਾ। ਨੋਟ ਟੂ ਯੂਜ਼ ਇੰਟੌਕਸੀਸੈਂਟਸ ਹੁੰਦਾ ਬੇਟਾ ਨਸ਼ਾ, ਮਤਲਬ ਡਰੱਗਸ ਵਗੈਰਾ ਨਹੀਂ ਯੂਜ਼ ਕਰਨਾ। ਨੋਟ ਟੂ ਅਸੈਪਟ ਔਰ ਕੀਪ ਮਨੀ। ਨੋਟ ਟੂ ਈਟ ਔਡ ਹੌਰਸ ਦਾ ਮਤਲਬ ਹੁੰਦਾ ਸਟੂਡੈਂਟ ਜਿਹੜੀ ਆਪਾਂ ਚੀਜ਼ਾਂ ਮਤਲਬ ਆਪਣੇ ਗੋਡ ਵੱਲੋਂ ਮਿਲੀਆਂ ਆਪਾਂ ਉਹੀ ਖਾਣੀਆਂ। ਜਿਸ ਤਰ੍ਹਾਂ ਮਾਸ ਨਹੀਂ ਖਾਣਾ, ਹੈ ਨਾ, ਚਿਕਨ ਵਗੈਰਾ ਇੱਦਾਂ ਕੋਈ ਵੀ ਯੂਜ਼ ਨਹੀਂ ਕਰਨਾ। ਨੋਟ ਟੂ ਕੌਵ ਅਦਰ ਪ੍ਰੋਪਰਟੀ, ਕਿਸੇ ਦੀ ਬੇਟਾ ਜਿਹੜੀ ਪ੍ਰੋਪਰਟੀ, ਜੇ ਅਸੀਂ ਪ੍ਰੋਪਰਟੀ ਦੀ ਗੱਲ ਕਰਦੇ ਹਾਂ ਬੇਟਾ, ਪ੍ਰੋਪਰਟੀ ਜਿਵੇਂ ਅਸੀਂ ਜੇ ਪਿੰਡਾਂ ਦੀ ਜਾਂ ਸ਼ਹਿਰਾਂ ਦੀ ਗੱਲ ਕਰਦੇ ਹਾਂ, ਆਪਣਾ ਪਤਾ ਕੀ ਹਿਸਾਬ ਹੁੰਦਾ, ਇਹ ਸੋਚਦੇ ਹਾਂ ਅਸੀਂ ਆਹ ਵੀ ਚੀਜ਼ ਲੈ ਲਈਏ। ਆਹ ਪਲਾਂਟ, ਜੇ ਸ਼ਹਿਰਾਂ ਦੀ ਗੱਲ ਕਰਦੇ ਹਾਂ ਅਸੀਂ ਆਹ ਪਲਾਂਟ ਲੈ ਲਈਏ, ਠੀਕ ਆ, ਅਸੀਂ ਆਹ ਕਰ ਲਈਏ। ਜੇ ਪਿੰਡਾਂ ਦੀ ਗੱਲ ਕਰਦੇ ਹਾਂ, ਜਿਹੜਾ ਇੱਕ ਖੇਤ ਵਾਲਾ ਹੁੰਦਾ ਦੂਸਰੇ ਖੇਤ 'ਤੇ ਨਿਗਾਹ ਰੱਖਦਾ, ਉਹ ਕਹਿੰਦਾ ਮੈਨੂੰ ਇਸ ਦਾ ਖੇਤ ਵਾਹਣ, ਇਸ ਤੋਂ ਮੈਂ ਕਿੱਲਾ ਪੈੜੀ ਦਾ ਲੈ ਲਾ, ਹੈ ਨਾ। ਉਹ ਕਹਿੰਦੇ ਦੂਸਰੇ ਦੀ ਪ੍ਰੋਪਰਟੀ 'ਤੇ ਨਿਗਾਹ ਨਹੀਂ ਰੱਖਣੀ। ਸਿੰਪਲ ਜੀ ਗੱਲ ਆ। ਆਲ ਆਫ ਟੀਚਿੰਗ ਆਫ ਬੁੱਧਾ ਇਜ਼ ਕੰਟੇਨਡ ਦੀ 3 ਮੇਜਰ ਵਰਕਸ ਕਾਲਡ ਦੀ ਟ੍ਰਿਪਾਟਿਕਾ, ਜਿਨ੍ਹਾਂ ਨੂੰ ਤ੍ਰਿਪੈਟਕ ਬੋਲਿਆ ਜਾਂਦਾ ਬੇਟਾ। ਬੁੱਧਿਜ਼ਮ ਨੇ ਕੀ ਦੱਸਿਆ, ਮੇਨ ਕੀ ਦੱਸਿਆ, ਤ੍ਰਿਪੈਟਕ ਮਤਲਬ 3 ਰਸਤੇ ਦੱਸਿਆ, ਮੇਜਰ ਵਰਕ 3 ਮੇਨ ਕੰਮ, ਉਹਨਾਂ ਨੂੰ ਕੀ ਕਹਿੰਦੇ ਆ, ਤ੍ਰਿਪੈਟਕ। ਨੈਕਸਟ ਕੀ ਆ, ਆਫਟਰ ਦੀ ਡੈਥ ਆਫ ਬੁੱਧਾ ਹਿਜ਼ ਰਿਲੀਜਨ ਸਪਰੈਡ ਫੋਰ ਐਂਡ ਵਾਈਡ ਐਵਰੀ ਕੁਇਕਲੀ। ਜਿਹੜਾ ਬੁੱਧ ਦੀ ਬੇਟਾ ਡੈਥ ਤੋਂ ਬਾਅਦ ਉਹ ਜਿਹੜਾ ਰਿਲੀਜਨ ਸੀਗਾ ਬਹੁਤ ਦੂਰ ਤੱਕ ਫੈਲ ਚੁੱਕਾ ਸੀਗਾ। ਮੈਨੀ ਆਫ ਫੇਮਸ ਕਿੰਗਸ ਬਿਕਮ ਦੀ ਫੋਲੋਅਰ, ਵੱਡੇ ਵੱਡੇ ਰਾਜੇ ਵੀ ਉਹਦੇ ਫੋਲੋਅਰ ਬਣ ਚੁੱਕੇ ਸੀਗੇ ਬੁੱਧਿਜ਼ਮ ਦੇ, ਬੁੱਧ ਧਰਮ ਦੇ ਨਾ, ਉਹਨਾਂ ਨੂੰ ਐਕਸੈਪਟ ਕਰ ਲਿਆ ਸੀ। ਵੀ ਕੈਨ ਮੈਨਸ਼ਨ ਦੀ ਨੇਮਸ ਆਫ ਅਸ਼ੋਕਾ, ਕਨੈਕਸ਼ ਆ ਗਿਆ ਬੇਟਾ, ਹੈ ਨਾ, ਅਸ਼ੋਕਾ ਆ ਗਿਆ, ਹਰਸ਼ਵਰਧਨ ਹੋ ਗਿਆ, ਇੱਦਾਂ ਦੇ ਜਿਹੜੇ ਰਾਜੇ ਸੀਗੇ ਇਹਨਾਂ ਨੇ ਬੁੱਧਿਜ਼ਮ ਨੂੰ ਐਕਸੈਪਟ ਕਰ ਰਿਹਾ ਸੀਗਾ। ਅਸ਼ੋਕਾ ਸੈਂਟ ਦੀ ਸੈਵਰਲ ਬੁੱਧਿਸਟ ਮਿਸ਼ਨਸ ਟੂ ਦੀ ਫੋਰਨ ਕੰਟਰੀਜ਼। ਬੁੱਧਿਸਟ ਮਿਸ਼ਨ ਮਤਲਬ ਬੇਟਾ ਬੁੱਧ ਧਰਮ ਦਾ ਪ੍ਰਚਾਰ ਕਰਨ ਲਈ ਅਸ਼ੋਕਾ ਨੇ ਫੋਰਨ ਕੰਟਰੀ ਦੇ ਵਿੱਚ ਲੋਕਾਂ ਨੂੰ ਭੇਜਿਆ ਸੀਗਾ। ਵਿਦ ਹਿਜ਼ ਐਫਰਟ ਬੁੱਧਿਜ਼ਮ ਸਪਰੈਡ ਇਨ ਚਾਈਨਾ। ਸੋ ਡਿਊ ਟੂ ਦਿਸ ਜਿਹੜਾ ਬੁੱਧਿਜ਼ਮ ਸੀਗਾ, ਬੁੱਧ ਧਰਮ ਸੀਗਾ, ਚਾਈਨਾ ਦੇ ਵਿੱਚ ਵੀ ਫੈਲ ਗਿਆ ਸੀ, ਮਿਆਂਮਾਰ ਦੇ ਵਿੱਚ ਵੀ ਫੈਲ ਗਿਆ ਸੀ, ਸ਼੍ਰੀਲੰਕਾ ਦੇ ਵਿੱਚ ਵੀ ਫੈਲ ਗਿਆ ਸੀ, ਐਂਡ ਦਿਸ ਸੈਂਟਰਲ ਏਸ਼ੀਆ ਦੇ ਵਿੱਚ ਵੀ ਫੈਲ ਗਿਆ ਬੇਟਾ, ਐਂਡ ਮੈਨੀ ਅਦਰ ਕੰਟਰੀਜ਼। ਇਸ ਤਰ੍ਹਾਂ ਸਾਰੇ ਵਰਲਡ ਦੇ ਵਿੱਚ ਬੇਟਾ ਹੌਲੀ ਹੌਲੀ ਬੁੱਧਿਜ਼ਮ ਫੈਲ ਗਿਆ ਸੀ। ਡਿਊਰਿੰਗ ਦੀ ਕੁਸ਼ਾਨ ਪੀਰੀਅਡ, ਕੁਸ਼ਾਨ ਵੰਸ਼ ਸਮੇਂ ਜਿਹੜਾ ਬੁੱਧਿਜ਼ਮ ਸੀਗਾ 2 ਪਾਰਟਸ ਦੇ ਵਿੱਚ ਵੰਡਿਆ ਗਿਆ ਸੀਗਾ, ਮਹਾਯਾਨ ਐਂਡ ਹੀਨਯਾਨ। ਮਹਾਯਾਨ ਮੀਨਸ ਦੀ ਗ੍ਰੇਟ ਵਾਹੀਕਲ ਹੁੰਦਾ ਇੱਕ ਬਹੁਤ ਵੱਡਾ ਜਹਾਜ਼, ਨਾ, ਮਤਲਬ ਉਹਨੇ ਬਹੁਤ ਵੱਡੇ ਜਹਾਜ਼ ਤੋਂ ਭਾਵ ਕੀ ਆ, ਬੁੱਧ ਧਰਮ ਹੀ ਅਜਿਹਾ ਵੱਡਾ ਜਹਾਜ਼ ਹੈ ਜਿਹੜੇ ਸਾਨੂੰ ਇਸ ਭਵ ਸਾਗਰ ਤੋਂ ਮਤਲਬ ਇਸ ਦੁਨੀਆ ਤੋਂ ਪਾਰ ਕਰ ਸਕਦਾ ਹੈਗਾ। ਇਟਸ ਫੋਲੋਅਰ ਬਿਲੀਵਡ ਇਨ ਦੀ ਆਈਡਲ ਵਰਸ਼ਿਪ ਆਫ ਬੁੱਧ। ਜਿਹੜੇ ਇਹਦੇ ਫੋਲੋਅਰ ਸੀਗੇ, ਆਈਡਲ ਵਰਸ਼ਿਪ ਹੁੰਦਾ ਬੇਟਾ ਮੂਰਤੀ ਪੂਜਾ, ਮਤਲਬ ਉਹਦੀ ਪੂਜਾ ਕਰਨ ਦੇ ਵਿੱਚ ਹੱਕ ਦੇ ਵਿੱਚ ਸੀਗੇ। ਇੱਕ ਪਰਮਾਤਮਾ ਦੇ ਰੂਪ ਵਿੱਚ ਬੁੱਧ ਨੂੰ ਮੰਨਦੇ ਸੀ ਅਤੇ ਉਹਦੀ ਮੂਰਤੀ ਦੀ ਪੂਜਾ ਕਰਦੇ ਸੀ। ਬਟ ਦੂਸਰੇ ਜਿਹੜੇ ਫੋਲੋਅਰ ਸੀਗੇ ਹੀਨਯਾਨ ਸੀਗੇ,
ਉਹ ਕੰਟੀਨਿਊ ਉਹ ਕੀ ਕਰਦੇ ਸੀਗੇ, ਫੋਲੋ ਦੀ ਓਰੀਜਨਲ ਟੀਚਿੰਗ। ਉਹ ਕੱਲੀਆਂ ਜਿਹੜੀਆਂ ਉਹਦੀ ਪੂਜਾ ਨਹੀਂ ਸੀ ਕਰਦੇ, ਉਹ ਜਿਹੜੀਆਂ ਉਹਦੀਆਂ ਟੀਚਿੰਗ ਸੀਗੀਆਂ ਬੁੱਧਿਜ਼ਮ ਦੀਆਂ ਹੈ ਨਾ, ਕੱਲੀਆਂ ਉਹਨੂੰ ਫੋਲੋ ਕਰਦੇ ਸੀਗੇ ਆਫ ਦੀ ਬੁੱਧ ਐਂਡ ਕੰਸੀਡਰਡ ਹਿਮ ਟੂ ਅ ਗ੍ਰੇਟ ਟੀਚਰ। ਉਹਨੂੰ ਇੱਕ ਚੰਗਾ, ਉਹ ਕੀ ਮੂਰਤੀ ਦੇ ਹਿਸਾਬ ਨਾਲ ਨਹੀਂ ਸੀ ਉਹਦੀ ਪੂਜਾ ਕਰਦੇ, ਉਹਨੂੰ ਕੀ ਕਰਦੇ ਸੀ, ਉਹਦੀਆਂ ਟੀਚਿੰਗ ਸੀਗੀਆਂ ਉਹਨੂੰ ਫੋਲੋ ਕਰ ਲੈਂਦੇ ਸੀਗੇ, ਉਹਨੂੰ ਇੱਕ ਗ੍ਰੇਟ ਟੀਚਰ ਕੰਸੀਡਰ ਕਰਦੇ ਸੀ। ਚੰਗਾ ਆਪਾਂ ਕਹਿ ਸਕਦੇ ਚੰਗਾ ਅਧਿਆਪਕ, ਟੀਚਰ ਮਤਲਬ ਟੀਚਿੰਗ ਦਿੱਤੀਆਂ, ਸਿੱਖਿਆਵਾਂ ਦਿੱਤੀਆਂ ਜਿਹਨੇ ਹੈ ਨਾ, ਉਹਦੀ ਮੂਰਤੀ ਬਣਾ ਕੇ ਪੂਜਾ ਨਹੀਂ ਸੀ ਕਰਦੇ। ਸੋ ਬੇਟਾ ਇਹ ਮਹਾਂਯਾਨ ਅਤੇ ਹੀਨਯਾਨ ਦੇ ਵਿੱਚ ਡਿਫਰੈਂਸ ਸੀਗਾ। ਡਿਫਰੈਂਸ ਇਹੀ ਆ, ਕੋਈ ਮੂਰਤੀ ਬਣਾ ਕੇ ਪੂਜਾ ਕਰਦੇ ਸੀ ਮਹਾਂਯਾਨ ਵਾਲੇ, ਜਿਹੜੇ ਹੀਨਯਾਨ ਵਾਲੇ ਸੀ ਕਿ ਉਹ ਮੂਰਤੀ ਬਣਾ ਕੇ ਨਹੀਂ, ਉਹ ਟੀਚਿੰਗ ਨੂੰ ਫੋਲੋ ਕਰਦੇ ਸੀ। ਇਸ ਤਰ੍ਹਾਂ ਬੇਟਾ ਜਿਹੜਾ ਆਪਣਾ ਅੱਜ ਇਹ ਚੈਪਟਰ ਕੰਪਲੀਟ ਹੋ ਗਿਆ ਹੈਗਾ, ਠੀਕ ਹੈ। ਇਹਦੇ ਰਿਗਾਰਡਿੰਗ ਤੁਹਾਨੂੰ ਕੁਐਸਚਨ ਮਿਲਣਗੇ ਜੋ ਤੁਸੀਂ ਪ੍ਰੋਪਰਲੀ ਕੰਪਲੀਟ ਕਰਨੇ ਹੈਗੇ ਆ, ਵਧੀਆ ਹੈਂਡ ਰਾਈਟਿੰਗ ਨਾਲ ਆਪਣੀਆਂ ਨੋਟਬੁੱਕਸ ਉੱਪਰ ਰਾਈਟ ਕਰਨੇ ਹੈਗੇ ਆ। So thanks student for watching my video.